आओ सतगुरां दी साजी नवाजी गुरु ਸਰੂਪ ਖਾਲਸਾ ਸਾਧ ਸੰਗਤ ਜੀ। ਅੰਮ੍ਰਿਤ ਵੇਲੇ ਸਤਿਗੁਰਾਂ ਦੀ ਪਾਵਨ ਪਵਿੱਤਰ ਗੁਰਬਾਣੀ ਦੀ ਵਿਚਾਰਧਾਰਾ ਨਾਲ ਜੁੜ ਕੇ ਸਤਿਗੁਰਾਂ ਦੇ ਪਾਵਨ ਗੁਰਬਾਣੀ ਤੋਂ ਗਿਆਨ ਪ੍ਰਾਪਤ ਕਰੀਏ। ਗੁਰੂ ਸਾਹਿਬ ਜੀ ਗੁਰਸਿੱਖ ਪਿਆਰਿਓ ਸਮਝਾ ਰਹੇ ਸਨ ਕਿ ਵਾਹਿਗੁਰੂ ਪਰਮਾਤਮਾ ਦੇ ਨਾਮ ਦਾ ਭਾਈ ਕੋਈ ਮੁੱਲ ਨਹੀਂ ਹੈ। ਗੁਰੂ ਘਰ ਦੀ ਜਿਹੜੀ ਅਮੁੱਲੀ ਦਾਤ ਹੈ, ਗੁਰੂ ਘਰ ਦੀ ਜਿਹੜੀ ਬਖਸ਼ਿਸ਼ ਹੈ, ਦਰਗਾਹੀ ਜਿਹੜੀ ਬਖਸ਼ਿਸ਼ ਹੈ, ਉਹਦਾ ਕੋਈ ਮੁੱਲ ਨਹੀਂ ਹੁੰਦਾ। ਗੁਰਸਿੱਖ ਪਿਆਰਿਓ, ਦੁਨਿਆਵੀ ਚੀਜ਼ਾਂ ਦਾ ਮੁੱਲ ਪਾਇਆ ਜਾਂਦਾ, ਦੁਨਿਆਵੀ ਚੀਜ਼ਾਂ ਵਿਕਦੀਆਂ ਨੇ, ਪਰ ਗੁਰੂ ਸਾਹਿਬ ਜੀ ਕਹਿੰਦੇ ਜਿਹੜੀ ਗੁਰੂ ਦੇ ਚਰਨਾਂ ਦੇ ਵਿੱਚੋਂ ਦਾਤ ਬਖਸ਼ਿਸ਼ ਹੁੰਦੀ ਹੈ, ਉਹਨਾਂ ਦਾ ਕੋਈ ਮੁੱਲ ਨਹੀਂ ਹੁੰਦਾ। ਇਸ ਤਰ੍ਹਾਂ ਗੁਰੂ ਸਾਹਿਬ ਜੀ ਕਹਿੰਦੇ ਨਾ ਤਾਂ ਸਮੁੱਚੀ ਸੰਗਤ ਦਾ ਮੁੱਲ ਹੈ, ਨਾ ਗੁਰੂ ਦੇ ਚਰਨਾਂ ਦੀ ਸੇਵਾ ਦਾ ਕੋਈ ਮੁੱਲ ਹੈ, ਨਾ ਪਰਮਾਤਮਾ ਦੇ ਨਾਮ ਦਾ ਕੋਈ ਮੁੱਲ ਹੈ, ਨਾ ਗੁਰੂ ਸਾਹਿਬ ਦੇ ਦਰਬਾਰ ਸਾਹਿਬ ਦਾ, ਨਾ ਗੁਰੂ ਸਾਹਿਬ ਦੇ ਦਰਸ਼ਨਾਂ ਦਾ ਕੋਈ ਮੁੱਲ ਨਹੀਂ ਹੈ। ਆਓ ਹੁਣ ਗੁਰਸਿੱਖ ਪਿਆਰੋ 26ਵੀਂ ਪੌੜੀ ਵਿੱਚ ਸ਼੍ਰੀ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਭਾਈ ਉਹ ਪਰਮਾਤਮਾ ਪਰਮੇਸ਼ਰ ਦੇ ਦਰਬਾਰ ਸਾਹਿਬ ਦਾ, ਉਹਦੇ ਦਰ ਘਰ ਦਾ ਕੋਈ ਮੁੱਲ ਨਹੀਂ ਹੈ। ਸੋ ਦਰ ਕਿਹਾ ਸੋ ਘਰ ਕਿਹਾ ਜਿਤ ਬਹਿ ਸਰਬ ਸੰਭਾਲੇ। ਸਿੱਧਾ ਨੇ ਬੇਨਤੀ ਕੀਤੀ, ਮਹਾਰਾਜ ਦੱਸੋ ਵੀ ਪਰਮਾਤਮਾ ਪਰਮੇਸ਼ਰ ਦਾ ਦਰ ਘਰ ਕਿਹੋ ਜਿਹਾ ਹੈ ਵੀ ਜਿੱਥੇ ਬੈਠ ਕੇ ਉਹ ਸਾਰੇ ਜੀਵਾਂ ਦੀ ਸੰਭਾਲ ਕਰਦਾ ਹੈ, ਸਾਰੇ ਜੀਵਾਂ ਦਾ ਲੇਖਾ ਜੋਖਾ ਲਿਖਦਾ ਹੈ, ਜੂਨੀਆਂ ਸਾਜਦਾ ਹੈ। ਵੀ ਉਹ ਪਰਮਾਤਮਾ ਪਰਮੇਸ਼ਰ ਦਾ ਦਰ ਘਰ, ਉਹਦੀ ਸੋਭਾ ਬਾਰੇ ਕੋਈ ਸਾਨੂੰ ਵਿਸਥਾਰ ਦੇ ਨਾਲ ਖੋਲ੍ਹ ਕੇ ਦੱਸੋ। ਗੁਰੂ ਸਾਹਿਬ ਜੀ ਹੁਣ ਗੁਰਸਿੱਖ ਪਿਆਰਿਓ ਪਰਮਾਤਮਾ ਪਰਮੇਸ਼ਰ ਦੇ ਦਰ ਘਰ ਦੀ ਸੋਭਾ ਵਡਿਆਈ ਦੱਸਦੇ ਨੇ। ਬਾਜੇ ਨਾਦ ਅਨੇਕ ਅਸੰਖਾ ਕੀਤੇ ਬਾਵਨ ਹਾਰੇ। ਗੁਰੂ ਸਾਹਿਬ ਜੀ ਕਹਿੰਦੇ ਭਾਈ ਵੀ ਪਰਮਾਤਮਾ ਪਰਮੇਸ਼ਰ ਜਿਹੜਾ ਹੈ ਉਹਦੇ ਦਰ ਘਰ ਦੇ ਵਿੱਚ, ਉਹਦੇ ਦਰਬਾਰ ਦੇ ਵਿੱਚ ਅਨੇਕਾਂ ਤਰ੍ਹਾਂ ਦੇ ਨਾਦ ਵੱਜਦੇ ਨੇ। ਨਾਦ ਪਰਮਾਤਮਾ ਪਰਮੇਸ਼ਰ ਦੇ ਨਾਮ ਦਾ ਗਾਇਨ, ਨਾਮ ਦੇ ਗੁਣ ਕਈ ਸਾਜ਼ਾਂ ਦੇ ਨਾਲ ਗਾਏ ਜਾਂਦੇ ਨੇ। ਗੁਰਸਿੱਖ ਪਿਆਰਿਓ ਇਕੱਲਾ ਢੋਲਕੀ ਅਤੇ ਚਿਮਟੇ 'ਤੇ ਨਹੀਂ ਪਰਮਾਤਮਾ ਦੇ ਨਾਮ ਨੂੰ ਗਾਇਆ ਜਾਂਦਾ। ਆਪਣੇ ਲੁਧਿਆਣੇ ਆ ਜਬਤੀ ਟਕਸਾਲ ਦਾਸ ਤਾਂ ਉੱਥੇ 2-3 ਵਾਰ ਕੀਰਤਨ ਵੀ ਕਰਕੇ ਆਇਆ, ਅਤੇ ਕਿਤੇ ਸਮਾਂ ਲੱਗਿਆ ਗੁਰਸਿੱਖ ਪਿਆਰਿਓ, ਸਮਾਂ ਸਬੱਬ ਨਾਲ ਕਿਤੇ ਮਿਲਿਆ, ਉੱਥੇ ਜਾ ਕੇ ਦਰਸ਼ਨ ਕਰਕੇ ਆਇਓ ਵੀ ਕਿੰਨੇ ਸਾਜ਼ ਨੇ ਉੱਥੇ ਜਿਨ੍ਹਾਂ ਨਾਲ ਪਰਮਾਤਮਾ ਦੇ ਨਾਮ ਦੇ ਗੁਣ ਗਾਏ ਜਾਂਦੇ ਨੇ, ਪਰਮੇਸ਼ਰ ਦੇ ਨਾਮ ਦੀ ਸੋਭਾ ਵਡਿਆਈ ਕੀਤੀ ਜਾਂਦੀ ਹੈ। ਕਿੰਨੇ ਤਰ੍ਹਾਂ ਦੇ ਤੰਤੀ ਸਾਜ਼ ਨੇ, ਉਹ ਦੇਖ ਕੇ ਹੈਰਾਨ ਹੋ ਜਾਈਦਾ ਵੀ ਇੰਨੇ ਸਾਜ਼ਾਂ ਦੇ ਨਾਲ ਵਾਹਿਗੁਰੂ ਪਰਮਾਤਮਾ ਦੇ ਨਾਮ ਦਾ ਗਾਇਨ ਕੀਤਾ ਜਾਂਦਾ। ਗੁਰੂ ਸਾਹਿਬ ਜੀ ਕਹਿੰਦੇ ਨਾਦ ਇਹ ਬਹੁਤ ਗੁਰਸਿੱਖ ਪਿਆਰੋ ਜਿਹੜਾ ਨਾਦ ਸ਼ਬਦ ਹੈ ਨਾ, ਸਾਜ਼ ਹੈ ਨਾਦ, ਇਹ ਬਹੁਤ ਰਸੀਲਾ ਸਾਜ਼ ਹੈ, ਬਹੁਤ ਰਸੀਲਾ ਸਾਜ਼ ਹੁੰਦਾ ਇਹ। ਹਰੇਕ ਰਾਗੀ ਕੀਰਤਨੀਆ ਇਸ ਸਾਜ਼ ਦੇ ਨਾਲ ਗੁਰਸਿੱਖ ਪਿਆਰਿਓ ਪਰਮਾਤਮਾ ਦੇ ਗੁਣ ਨਹੀਂ ਗਾ ਸਕਦਾ, ਕਿਉਂਕਿ ਇਹ ਬਹੁਤ ਰਸੀਲਾ, ਬਹੁਤ ਹਿਸਾਬ ਦੇ ਨਾਲ ਇਸ ਸਾਜ਼ ਨੂੰ ਵਜਾਇਆ ਜਾਂਦਾ। ਸੋ ਗੁਰੂ ਸਾਹਿਬ ਜੀ ਕਹਿੰਦੇ ਵੀ ਇੰਨੇ ਰਸੀਲੇ ਸਾਜ਼ਾਂ ਨਾਲ ਪਰਮਾਤਮਾ ਦੇ ਨਾਮ ਦੇ ਗੁਣ ਗਾਏ ਜਾਂਦੇ ਨੇ। ਪਤਾ ਨਹੀਂ ਕਿੰਨੇ ਕੁ ਸਾਜ਼ ਨੇ।
ਕੀਤੇ ਰਾਗ ਪਰੀ ਸਿਓ ਕਹੀਨ। ਪਤਾ ਨਹੀਂ ਕਿੰਨੀਆਂ ਕੁ ਪਰੀਆਂ ਪਰਮਾਤਮਾ ਦੇ ਦਰਬਾਰ ਦੇ ਵਿੱਚ ਉਹ ਪਰਮਾਤਮਾ ਪਰਮੇਸ਼ਰ ਦੇ ਰਾਗਾਂ ਦੇ ਨਾਲ ਗੁਣ ਗਾ ਰਹੀਆਂ ਨੇ। ਕੀਤੇ ਗਾਵਨਹਾਰੇ, ਪਤਾ ਨਹੀਂ ਕਿੰਨੇ ਕੁ ਪਰਮਾਤਮਾ ਪਰਮੇਸ਼ਰ ਦੇ ਦਰਬਾਰ ਦੇ ਵਿੱਚ ਬੈਠੇ ਗਾ ਰਹੇ ਨੇ। ਗਾਵਹਿ ਤੁਹਨੋ ਪੌਣ ਪਾਣੀ ਬੈ ਸੰਤਰ। ਗੁਰੂ ਸਾਹਿਬ ਜੀ ਕਹਿੰਦੇ ਭਾਈ ਪਰਮਾਤਮਾ ਪਰਮੇਸ਼ਰ ਦੇ ਨਾਮ ਨੂੰ ਹਵਾ ਵੀ ਗਾ ਰਹੀ ਹੈ। ਹਵਾ ਵੀ ਪਰਮਾਤਮਾ ਦੇ ਨਾਮ ਪਰਮਾਤਮਾ ਦਾ ਗੁਣ ਗਾ ਰਹੀ ਹੈ। ਪਾਣੀ ਵੀ ਪਰਮਾਤਮਾ, ਪਵਨ ਦੇਵਤਾ, ਜਲ ਦੇਵਤਾ, ਅਗਨ ਦੇਵਤਾ ਪਰਮਾਤਮਾ ਪਰਮੇਸ਼ਰ ਦੇ ਨਾਮ ਨੂੰ ਗਾ ਰਹੇ ਨੇ। ਗਾਵੈ ਰਾਜਾ ਧਰਮ ਦੁਆਰੇ। ਧਰਮ ਰਾਜਾ ਜਿਹੜਾ ਗੁਰਸਿੱਖ ਪਿਆਰਿਓ ਦੁਨੀਆ ਦਾ ਲੇਖਾ ਜੋਖਾ ਹਿਸਾਬ ਕਿਤਾਬ ਕਰਦਾ, ਧਰਮ ਰਾਜਾ ਜੀ ਤੋਂ ਆਪਾਂ ਡਰਦੇ ਹਾਂ ਵੀ ਪਤਾ ਨਹੀਂ ਧਰਮ ਰਾਜਾ ਸਾਡੇ ਨਾਲ ਕੀ ਕਰੂ। ਧਰਮ ਰਾਜਾ ਸਾਨੂੰ ਕਿਹੋ ਜਿਹੀ ਸਜ਼ਾ ਦਊ। ਗੁਰਮੁਖੋ ਉਹ ਲੋਕ ਡਰਦੇ ਨੇ ਧਰਮ ਰਾਜੇ ਦੇ ਕੋਲੋਂ ਜਿਹੜੇ ਮਾੜੇ ਕਰਮ ਦੁਨੀਆ ਦੇ ਵਿੱਚ ਰਹਿ ਕੇ ਕਰਦੇ ਨੇ, ਉਹ ਡਰਦੇ ਨੇ। ਡਰ ਉਹਨੂੰ ਹੋਊ ਜਿਹਨੇ ਕੋਈ ਪਾਪ ਕੀਤਾ ਹੋਇਆ। ਜਿਹਨੇ ਕੋਈ ਪਾਪ ਹੀ ਨਹੀਂ ਕੀਤਾ ਗੁਰਸਿੱਖ ਪਿਆਰਿਓ, ਉਹਨੂੰ ਕਾਹਦਾ ਡਰ ਹੁੰਦਾ। ਡਰਨ ਦੀ ਲੋੜ ਨਹੀਂ। ਸੁਖਮਨੀ ਸਾਹਿਬ ਦੇ ਵਿੱਚ ਗੁਰੂ ਪੰਚਮ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਧਰਮ ਰਾਜੇ ਕੋਲੋਂ ਡਰਨ ਦੀ ਲੋੜ ਨਹੀਂ। ਧਰਮ ਰਾਜਾ ਤਾਂ ਤੁਹਾਡੇ ਕੋਲੋਂ ਡਰੂਗਾ, ਤੁਹਾਨੂੰ ਡਰਨ ਦੀ ਲੋੜ ਨਹੀਂ ਧਰਮ ਰਾਜੇ ਕੋਲੋਂ। ਕਿਵੇਂ? ਸਾਧ ਕੈ ਸੰਗ ਧਰਮ ਰਾਏ ਕਰੇ ਸੇਵਾ। ਗੁਰੂ ਪੰਚਮ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਭਾਈ ਤੁਸੀਂ ਸੰਗਤ ਕਰਿਆ ਕਰੋ, ਸੰਗਤ ਵਿੱਚ ਆਇਆ ਕਰੋ, ਆਪਣੇ ਜੀਵਨ ਨੂੰ ਸੰਗਤ ਨਾਲ ਜੋੜੋ। ਇਹ ਧਰਮ ਰਾਜਾ ਵੀ ਤੁਹਾਡੀ ਸੇਵਾ ਕਰੂ ਗਿਆਨ ਦੀ। ਇਸ ਕਰਕੇ ਗੁਰਸਿੱਖ ਪਿਆਰਿਓ ਗੁਰੂ ਸਾਹਿਬ ਜੀ ਕਹਿੰਦੇ ਧਰਮ ਰਾਜਾ ਜਿਹੜਾ ਦੁਨੀਆ ਦਾ ਹਿਸਾਬ ਕਿਤਾਬ, ਜੀਵਾਂ ਦਾ ਲੇਖਾ ਜੋਖਾ ਹਿਸਾਬ ਕਿਤਾਬ ਕਰਦਾ, ਉਹ ਵੀ ਪਰਮਾਤਮਾ ਪਰਮੇਸ਼ਰ ਦੇ ਦਰ 'ਤੇ ਬੈਠਾ ਗਾ ਰਿਹਾ ਹੈ। ਗਾਵਹਿ ਚਿੱਤ ਗੁਪਤ ਲਿਖ ਜਾਣ ਹੈ, ਲਿਖ ਲਿਖ ਧਰਮ ਵਿਚਾਰੀ। ਉਹ ਪਰਮਾਤਮਾ ਪਰਮੇਸ਼ਰ ਦੇ ਨਾਮ ਨੂੰ ਗੁਰਸਿੱਖ ਪਿਆਰਿਓ ਜਿਹੜੇ ਗੁਪਤ ਚਿੱਤਰ ਗੁਪਤ ਨੇ, ਉਹ ਵੀ ਪਰਮਾਤਮਾ ਪਰਮੇਸ਼ਰ ਦੇ ਨਾਮ ਨੂੰ ਗਾ ਰਹੇ ਨੇ ਉਹਦੇ ਦਰ 'ਤੇ ਬੈਠੇ। ਗਾਵਹਿ ਈਸ਼ਰ ਬ੍ਰਹਮਾ ਦੇਵੀ ਸੋਹਣ ਸਦਾ ਸਵਾਰੇ। ਈਸ਼ਰ ਭਾਵ ਸ਼ਿਵ ਜੀ, ਬ੍ਰਹਮਾ ਵਿਸ਼ਨੂੰ, ਦੇਵੀ ਦੇਵਤੇ, ਉਹ ਵੀ ਬੈਠੇ ਵਾਹਿਗੁਰੂ ਪਰਮਾਤਮਾ ਦੇ ਦਰ 'ਤੇ ਉਹ ਪਰਮਾਤਮਾ ਦੇ ਨਾਮ ਨੂੰ ਗਾ ਰਹੇ ਨੇ। ਅਤੇ ਇੰਨੇ ਸੋਭਨੀਕ ਗੁਰਸਿੱਖ ਪਿਆਰਿਓ ਦੇਵੀ ਦੇਵਤੇ, ਇੰਨਾ ਸੋਭਨੀਕ ਪਰਮਾਤਮਾ ਪਰਮੇਸ਼ਰ ਦਾ ਦਰਬਾਰ, ਉਹਦੇ ਦਰਬਾਰ ਵਿੱਚ ਬੈਠੇ ਗਾ ਰਹੇ ਨੇ, ਸੋਭਾ ਪਾਉਂਦੇ ਨੇ। ਗਾਵਹਿ ਇੰਦ ਇੰਦਾਸਣ ਬੈਠੇ ਦੇਵਤਿਆਂ ਅੰਦਰ ਨਾਲੇ। ਦੋ ਸ਼ਬਦ ਨੇ ਗੁਰਸਿੱਖ ਪਿਆਰਿਓ ਇੱਥੇ, ਇੱਕ ਇੰਦ, ਇੱਕ ਇੰਦਾਸਣ। ਇੰਦ ਦਾ ਅਰਥ ਹੁੰਦਾ ਇੰਦਰ ਦੇਵਤਾ। ਕਈ ਬਹੁਤੇ ਪ੍ਰਚਾਰਕ ਗੁਰਸਿੱਖ ਪਿਆਰਿਓ ਇੰਦਾਸਣ ਦੇ ਅਰਥ ਇੰਦਰ ਦੇਵਤੇ ਨਾਲ ਜੋੜਦੇ ਨੇ। ਇੰਦਾਸਣ ਜਿਹੜਾ ਸ਼ਬਦ ਹੈ ਇਹਦਾ ਅਰਥ ਇੰਦਰ ਦੇਵਤਾ ਨਹੀਂ ਹੈ। ਇੰਦਾਸਣ ਦਾ ਅਰਥ ਹੁੰਦਾ ਆਸਣ ਲਾ ਕੇ ਬੈਠਣਾ, ਆਸਣ ਲਾ ਕੇ ਬੈਠਣਾ। ਗੁਰੂ ਸਾਹਿਬ ਜੀ ਨੇ ਇੱਥੇ ਜ਼ਿਕਰ ਕਰ ਦਿੱਤਾ ਗੁਰਸਿੱਖ ਪਿਆਰਿਓ ਕਿ ਜਿਹੜੀ ਦੇਵੀ ਦੇਵਤੇ ਨੇ ਉਹ ਆਸਣ ਲਾ ਕੇ ਬੈਠ ਕੇ ਪਰਮਾਤਮਾ ਪਰਮੇਸ਼ਰ ਦੇ ਦਰਬਾਰ ਦੇ ਵਿੱਚ ਉਹਦਾ ਗੁਣ ਗਾਇਨ ਕਰਦੇ ਨੇ। ਗਾਵਹਿ ਸਿੱਧ ਸਮਾਧੀ ਅੰਦਰ। ਸਿੱਧ ਲੋਕ, ਸੁਰਲੋਕ, ਨਰਲੋਕ ਸਮਾਧੀਆਂ ਲਾ ਲਾ ਕੇ ਵਾਹਿਗੁਰੂ ਪਰਮਾਤਮਾ ਦੇ ਦਰਬਾਰ ਦੇ ਵਿੱਚ ਭਾਈ ਉਹ ਵੀ ਉਹਦਾ ਗਾਇਨ ਕਰ ਰਹੇ ਨੇ, ਪਰਮਾਤਮਾ ਦੇ ਨਾਮ ਦਾ ਸਿਮਰਨ ਕਰ ਰਹੇ ਨੇ।
ਗਾਵਨ ਜਤੀ ਸਤੀ ਸੰਤੋਖੀ, ਗਾਵੈ ਵੀਰ ਕਰਾਰੇ। ਜਤੀ ਹਨੂਮਾਨ ਜੀ ਵਰਗੇ ਜਤੀ, ਸਤੀ ਸੰਤੋਖੀ ਜੀਵ, ਸੰਤੋਖੀ ਜੀਵ। ਗੁਰੂ ਸਾਹਿਬ ਜੀ ਕਹਿੰਦੇ ਵਾਹਿਗੁਰੂ ਪਰਮਾਤਮਾ ਦੇ ਦਰਬਾਰ ਵਿੱਚ ਬੈਠੇ ਜਤੀ ਸਤੀ ਸੰਤੋਖੀ ਵੀਰ, ਉਹ ਵੀ ਪਰਮਾਤਮਾ ਪਰਮੇਸ਼ਰ ਦੇ ਨਾਮ ਨੂੰ ਗਾ ਰਹੇ ਨੇ। ਗਾਵਨ ਪੰਡਤ ਪੜ੍ਹਨ ਰਖੀਸੁਰ, ਜੁਗ ਜੁਗ ਵੇਦਾਂ ਨਾਲੇ। ਗੁਰੂ ਸਾਹਿਬ ਜੀ ਕਹਿੰਦੇ ਵੱਡੇ ਵੱਡੇ ਵਿਦਵਾਨ, ਪੰਡਤ ਦਾ ਅਰਥ ਹੁੰਦਾ ਵਿਦਵਾਨ, ਬੜਾ ਪੜ੍ਹਿਆ ਲਿਖਿਆ, ਪੜ੍ਹ ਲਿਖ ਕੇ ਜਿਹੜਾ ਵਿਦਵਾਨ ਬਣ ਜਾਵੇ। ਰਖੀਸਰ ਦਾ ਭਾਵ ਹੈ ਰਿਸ਼ੀ ਮੁਨੀ। ਗੁਰੂ ਸਾਹਿਬ ਜੀ ਕਹਿੰਦੇ ਭਾਈ ਬੜੇ ਵੱਡੇ 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 ਵਿਦਵਾਨ ਰਿਸ਼ੀ ਮੁਨੀ, ਜਿਹੜੇ ਜੁਗਾਂ ਜੁਗੰਤਰਾਂ ਦਾ ਤੋਂ ਪਾਠ ਕਰਦੇ ਆ ਰਹੇ ਸਨ, ਜੁਗਾਂ ਜੁਗੰਤਰਾਂ ਨੂੰ ਜਿਹੜੇ ਵੇਦਾਂ ਦਾ ਪਾਠ ਕਰਦੇ ਸਨ, ਉਹ ਆਪਣੇ ਵੇਦਾਂ ਦੇ ਪਾਠ ਦੇ ਅਨੁਸਾਰ ਪਰਮਾਤਮਾ ਪਰਮੇਸ਼ਰ ਦੇ ਨਾਮ ਨੂੰ ਉਹਦੇ ਦਰਬਾਰ ਵਿੱਚ ਬੈਠੇ ਗਾ ਰਹੇ ਨੇ। ਗਾਵੈ ਮੋਹਣੀਆਂ ਮਨ ਮੋਹਨ, ਸੁਰਗਾ ਮੱਛ ਪਿਆਲੇ। ਸਵਰਗ ਦੀਆਂ ਮੋਹਣੀਆਂ ਜਿਹੜੀਆਂ ਮਨ ਨੂੰ ਮੋਹ ਲੈਂਦੀਆਂ, ਇੰਨੇ ਸੁੰਦਰ ਸਰੂਪ ਵਾਲੀਆਂ, ਸਵਰਗ ਦੀਆਂ ਮਨ ਨੂੰ ਮੋਹ ਲੈਣ ਵਾਲੀਆਂ, ਉਹ ਵੀ ਵਾਹਿਗੁਰੂ ਪਰਮਾਤਮਾ ਪਰਮੇਸ਼ਰ ਦੇ ਨਾਮ ਨੂੰ ਗਾ ਰਹੀਆਂ ਨੇ। ਸੁਰਗਾ ਮੱਛ ਪਿਆਲੇ, ਇੱਥੇ ਤਿੰਨ ਸ਼ਬਦ ਨੇ ਗੁਰਸਿੱਖ ਪਿਆਰਿਓ, ਸੁਰਗਾ ਮੱਛ ਪਿਆਲੇ। ਜਿਹੜਾ ਮੱਛ ਸ਼ਬਦ ਹੈ ਗੁਰਸਿੱਖ ਪਿਆਰਿਓ, ਜਿਵੇਂ ਸਮੁੰਦਰ ਦਾ ਤਲ ਹੁੰਦਾ, ਸਮੁੰਦਰ ਹੁੰਦਾ ਨਾ, ਸਮੁੰਦਰ ਦਰਿਆ ਹੁੰਦਾ, ਸਮੁੰਦਰਾਂ ਦੇ ਵਿੱਚ ਵੱਡੇ ਵੱਡੇ ਮਗਰਮੱਛ ਰਹਿੰਦੇ ਨੇ ਸਮੁੰਦਰਾਂ ਦੇ ਵਿੱਚ। ਜਿਹੜਾ ਮੱਛ ਹੁੰਦਾ ਗੁਰਸਿੱਖ ਪਿਆਰਿਓ, ਇਹ ਹਮੇਸ਼ਾ ਹੀ ਸਮੁੰਦਰ ਦੇ ਗਵਲੇ ਪਾਸੇ ਰਹਿੰਦਾ ਹੁੰਦਾ। ਗਵਲੇ ਮੱਛ, ਮੱਛੀਆਂ ਉੱਤੇ ਵੀ ਆ ਜਾਂਦੀਆਂ ਨੇ, ਮੱਛੀਆਂ ਥੱਲੇ ਵੀ ਚਲੀਆਂ ਜਾਂਦੀਆਂ ਨੇ ਪਤਾਲ ਦੇ ਵਿੱਚ ਸਮੁੰਦਰ ਦੇ। ਪਰ ਜਿਹੜਾ ਮੱਛ ਹੁੰਦਾ ਇਹ ਨਾ ਥੱਲੇ ਜਾਂਦਾ ਨਾ ਉੱਤੇ ਰਹਿੰਦਾ, ਇਹ ਵਿਚਾਲੇ ਗੱਭੇ ਰਹਿੰਦਾ ਹੁੰਦਾ ਸਮੁੰਦਰ ਦੇ। ਸੋ ਇਹਨੂੰ ਸਮਝਣਾ ਗੁਰਸਿੱਖ ਪਿਆਰਿਓ, ਹੁਣ ਟਾਈਮ ਨਹੀਂ ਹੈ, ਸਮਾਂ ਨਹੀਂ ਹੈ। ਗੁਰੂ ਸਾਹਿਬ ਜੀ ਕਹਿੰਦੇ ਭਾਈ ਸਵਰਗ ਦੇ ਲੋਕ, ਪਤਾਲ ਦੇ ਲੋਕ, ਮਾਤ ਲੋਕ, ਇਹ ਤਿੰਨੇ ਹੀ ਵਾਹਿਗੁਰੂ ਪਰਮਾਤਮਾ ਪਰਮੇਸ਼ਰ ਦੇ ਨਾਮ ਨੂੰ ਉਹਦੇ ਦਰ 'ਤੇ ਬੈਠ ਕੇ ਗਾ ਰਹੇ ਹਨ। ਗਾਵਨ ਰਤਨ ਉਪਾਏ ਤੇਰੇ, 68 ਤੀਰਥ ਨਾਲੇ। 14 ਰਤਨ, ਜਦੋਂ ਸਮੁੰਦਰ ਰਿੜਕਿਆ ਸੀ, ਦੇਵਤਿਆਂ ਨੇ ਸਮੁੰਦਰ ਰਿੜਕਿਆ ਸੀ, ਉਹਦੇ ਵਿੱਚੋਂ 14 ਰਤਨ ਨਿਕਲੇ ਸੀ ਗੁਰਸਿੱਖ ਪਿਆਰਿਓ। 14 ਰਤਨ ਜਦੋਂ ਨਿਕਲੇ, ਉੱਥੇ ਫਿਰ ਰੌਲਾ ਪੈ ਗਿਆ ਸੀ ਦੇਵਤਿਆਂ ਦਾ ਅਤੇ ਰਾਖਸ਼ਾਂ ਦਾ। ਕੈਲਾਸ਼ 'ਤੇ ਬੈਠਾ ਸੀ ਸ਼ਿਵਜੀ ਭਗਵਾਨ, ਉਹਨੇ ਮੋਹਣੀ ਦਾ ਰੂਪ ਧਾਰਨ ਕਰਕੇ ਉਹ ਥੱਲੇ ਆਇਆ। ਫਿਰ ਉਹ ਗੁਰਸਿੱਖ ਪਿਆਰਿਓ, ਉਹਨੇ 14 ਰਤਨਾਂ ਦੀ ਵੰਡ ਕੀਤੀ ਸੀ। ਇਸ ਕਰਕੇ ਗੁਰੂ ਸਾਹਿਬ ਜੀ ਕਹਿੰਦੇ ਭਾਈ ਵਾਹਿਗੁਰੂ ਪਰਮਾਤਮਾ ਪਰਮੇਸ਼ਰ ਦੇ ਨਾਮ ਨੂੰ ਉਹਦੇ ਦਰਬਾਰ ਦੇ ਵਿੱਚ 14 ਰਤਨ ਵੀ ਉਹ ਵੀ ਗਾ ਰਹੇ ਨੇ। ਗਾਵੈ ਜੋਧ ਮਹਾਬਲ ਸੂਰਾ, ਗਾਵੈ ਖਾਣੀ ਚਾਰੇ। ਵੱਡੇ ਵੱਡੇ ਮਹਾਬਲੀ ਯੋਧੇ, ਸੂਰਮੇ ਅਤੇ 4 ਖਾਣੀਆਂ, ਇਹ ਵੀ ਵਾਹਿਗੁਰੂ ਪਰਮਾਤਮਾ ਪਰਮੇਸ਼ਰ ਦੇ ਨਾਮ ਨੂੰ ਉਹਦੇ ਦਰਬਾਰ ਦੇ ਵਿੱਚ ਗਾ ਰਹੇ ਨੇ। ਗਾਵੈ ਖੰਡ ਮੰਡਲ ਵਰ ਭੰਡਾ, ਕਰ ਕਰ ਰੱਖੇ ਧਾਰੇ। ਖੰਡ, ਬ੍ਰਹਿਮੰਡ, ਮੰਡਲ, ਇਹ ਵੀ ਵਾਹਿਗੁਰੂ ਪਰਮਾਤਮਾ ਦੇ ਨਾਮ ਨੂੰ ਉਹਦੇ ਦਰਬਾਰ ਵਿੱਚ ਬੈਠ ਕੇ ਗਾ ਰਹੇ ਨੇ। ਸਈ ਤੁਧਨੋਂ ਗਾਵੈ ਜੋ ਤੁਧ ਭਾਵਨ, ਰਤੇ ਤੇਰੇ ਭਗਤ ਰਸਾਲੇ।
ਹੁਣ ਗੁਰਸਿੱਖ ਪਿਆਰਿਓ, ਗੁਰੂ ਸਾਹਿਬ ਜੀ ਨੇ ਇਸ ਪੰਗਤੀ ਦੇ ਵਿੱਚ ਆ ਕੇ ਨਿਰਣਾ ਕਰ ਦਿੱਤਾ। ਗੁਰੂ ਸਾਹਿਬ ਜੀ ਕਹਿੰਦੇ, ਸਿੱਧੋ ਵਾਹਿਗੁਰੂ ਪਰਮਾਤਮਾ ਪਰਮੇਸ਼ਰ ਦਾ ਦਰਬਾਰ ਐਸਾ ਹੈ, ਐਸੀ ਉਹਦੀ ਸ਼ੋਭਾ ਹੈ, ਐਸੀ ਉਹਦੀ ਵਡਿਆਈ ਹੈ, ਇੰਨੀ ਉਹਦੀ ਸੁੰਦਰਤਾ ਹੀ ਹੈ, ਇੰਨਾ ਉਹਦਾ ਠਾਠ ਬਾਠ ਹੈ ਪਰਮਾਤਮਾ ਪਰਮੇਸ਼ਰ ਦੇ ਦਰਬਾਰ ਦਾ, ਬਈ ਵੱਡੇ ਵੱਡੇ ਇੰਨੇ ਸਾਰੇ ਵਾਹਿਗੁਰੂ ਪਰਮਾਤਮਾ ਦੇ ਨਾਮ ਨੂੰ ਉਹਦੇ ਦਰਬਾਰ ਵਿੱਚ ਬੈਠ ਕੇ ਗਾ ਰਹੇ ਨੇ, ਧਿਆ ਰਹੇ ਨੇ। ਹੁਣ ਗਾ ਰਹੇ ਨੇ, ਇੰਨੇ ਧਿਆ ਰਹੇ ਨੇ ਉਹਦੇ ਦਰਬਾਰ ਵਿੱਚ ਬੈਠੇ। ਗੁਰਸਿੱਖ ਪਿਆਰਿਓ, ਗੁਰੂ ਸਾਹਿਬ ਜੀ ਕਹਿੰਦੇ, ਸਈ ਤੁਧਨੋਂ ਗਾਵ ਹੈ ਜੋ ਤੁਧ ਭਾਵਨ। ਹੇ ਵਾਹਿਗੁਰੂ, ਇੰਨੇ ਜਿਹੜੇ ਗਾ ਰਹੇ ਨੇ, ਜਿਹੜੇ ਤੇਰੇ ਮਨ ਨੂੰ ਭਾ ਜਾਣ, ਜਿਹੜੇ ਤੇਰੇ ਮਨ ਨੂੰ ਭਾ ਜਾਣ, ਤੇਰੇ ਮਨ ਨੂੰ ਚੰਗੇ ਲੱਗਣ। ਸੇਵਕ ਸਿੱਖ ਪੂਜਣ ਸਭ ਆਵ ਹੈ, ਸਭ ਗਾਵ ਹੈ ਹਰ ਹਰ ਉਤਮ ਬਾਣੀ। ਸ਼੍ਰੀ ਰਾਗ ਦੀ ਪੰਗਤੀ ਸ਼੍ਰੀ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਨੇ। ਗੁਰੂ ਸਾਹਿਬ ਜੀ ਨਿਰਣਾ ਕਰਦੇ ਨੇ, ਗੁਰਸਿੱਖ ਪਿਆਰਿਓ ਆਓ, ਸਮਾਂ ਨਹੀਂ ਹੈ, ਸਮਾਪਤੀ ਕਰੀਏ। ਸੇਵਕ ਸਿੱਖ ਪੂਜਣ ਸਭ ਆਵ ਹੈ। ਗੁਰੂ ਸਾਹਿਬ ਦੇ ਦਰਬਾਰ ਸਾਹਿਬ ਦੇ ਵਿੱਚ ਗੁਰਸਿੱਖ ਪਿਆਰਿਓ, ਗੁਰੂ ਸਾਹਿਬ ਦੀ ਪੂਜਾ ਕਰਨ ਵਾਸਤੇ, ਸੇਵਾ ਕਰਨ ਵਾਸਤੇ ਸਾਰੇ ਆਉਂਦੇ ਹਾਂ ਆਪਾਂ। ਸੰਗਤਾਂ ਦੇ ਵਿੱਚ ਹਰ ਤਰ੍ਹਾਂ ਦਾ ਸਰੋਤਾ ਆ ਸਕਦਾ ਹੈ, ਹਰ ਕੋਈ ਸੰਗਤ ਕਰ ਸਕਦਾ ਹੈ। ਸੰਗਤ ਵਿੱਚ ਪਤਾ ਨਹੀਂ ਕੌਣ ਕੌਣ ਗੁਰਸਿੱਖ ਪਿਆਰਿਓ, ਕਿੰਨੇ ਕਿੰਨੇ ਕੌਣ ਕੌਣ ਬੈਠਾ ਹੈ। ਗੁਰੂ ਸਾਹਿਬ ਜੀ ਕਹਿੰਦੇ ਉਹਦੇ ਵਿੱਚ ਸੇਵਾਦਾਰ ਵੀ ਬੈਠੇ ਨੇ, ਭਾਵਨਾ ਵਾਲੇ ਸਿੱਖ ਵੀ ਬੈਠੇ ਨੇ। ਸੇਵਕ ਸਿੱਖ ਪੂਜਣ ਸਭ ਆਵੈ, ਸਭ ਗਾਵੈ ਹਰ ਹਰ ਉਤਮ ਬਾਣੀ। ਪਰ ਹੁਣ ਸੁਣਿਓ ਗੁਰਸਿੱਖ ਪਿਆਰਿਓ, ਗੁਰੂ ਸਾਹਿਬ ਜੀ ਕਿਹਨਾਂ ਦਾ ਆਉਣਾ ਦਰ 'ਤੇ ਪ੍ਰਵਾਨ ਮੰਨਦੇ ਨੇ। ਗਾਵਿਆ ਸੁਣਿਆ ਤਿੰਨ ਕਾ ਹਰ ਥਾਂਏ ਪਾਵੈ, ਜਿਨ ਸਤਿਗੁਰ ਕੀ ਆਗਿਆ ਸਤ ਸਤ ਕਰਮਾਨੀ। ਉਹਨਾਂ ਦਾ ਗੁਰਸਿੱਖ ਪਿਆਰਿਓ, ਗੁਰੂ ਸਾਹਿਬ ਜੀ ਕਹਿੰਦੇ ਆਉਣਾ ਦਰ 'ਤੇ ਸਫਲ ਹੈ, ਜਿਹੜੇ ਗੁਰੂ ਸਾਹਿਬ ਦੀ ਆਗਿਆ, ਗੁਰੂ ਸਾਹਿਬ ਦਾ ਬਚਨ, ਗੁਰੂ ਸਾਹਿਬ ਦਾ ਹੁਕਮ ਮੰਨਦੇ ਨੇ। ਉਹਨਾਂ ਦਾ ਗੁਰਸਿੱਖ ਪਿਆਰਿਓ ਆਉਣਾ, ਗੁਰੂ ਸਾਹਿਬ ਜੀ ਕਹਿੰਦੇ ਦਰ 'ਤੇ ਸਫਲਾ ਹੈ। ਉਹਨਾਂ ਦਾ ਆਉਣਾ ਲੇਖੇ ਵਿੱਚ ਹੈ, ਜਿਹੜੇ ਗੁਰੂ ਸਾਹਿਬ ਦੀ ਆਗਿਆ ਅਨੁਸਾਰ ਚੱਲਦੇ ਨੇ, ਜਿਹੜੇ ਗੁਰੂ ਸਾਹਿਬ ਦਾ ਬਚਨ ਮੰਨਦੇ ਨੇ। ਆਓ ਰਹਿੰਦੀ ਵਿਚਾਰ ਇੱਥੋਂ ਹੀ ਕੱਲ੍ਹ ਨੂੰ ਆਪਾਂ ਫਿਰ ਆਰੰਭ ਕਰਾਂਗੇ। ਸਈ ਤੁਧਨੋਂ ਗਾਵੈ ਜੋ ਤੁਧ ਭਾਵਨ, ਰਤੇ ਤੇਰੇ ਭਗਤ ਰਸਾਲੇ। ਰਸਾਲੇ ਦਾ ਅਰਥ ਹੁੰਦਾ ਰਸ ਭਰਿਆ ਹੋਇਆ ਫਲ, ਭਾਵ ਅੰਬ। ਅੰਬ ਦੀ ਗੱਲ ਕੀਤੀ ਇੱਥੇ ਗੁਰੂ ਸਾਹਿਬ ਨੇ। ਅੰਬ ਪੂਰੇ ਹੀ ਰਸ ਨਾਲ ਭਰਿਆ ਹੁੰਦਾ, ਅੰਬ ਦਾ ਫਲ ਜਿਹੜਾ ਹੁੰਦਾ। ਆਓ ਹੋਈਆਂ ਭੁੱਲਾਂ ਚੁੱਕਾਂ